ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਵਾਜ ਮਾਨਕ ਨੂੰ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ। ਭੁੱਲੇ ਮਾਰਗ ਜਿਨ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਗੁਰ ਬੜ ਭਾਗੀ ਪਾਇਆ ਐਸਾ ਗੁਰ ਬੜ ਭਾਗੀ ਪਾਇਆ। ਗੁਰ ਬੜ ਭਾਗੀ ਪਾਇਆ ਗੁਰ ਬੜ ਭਾਗੀ ਪਾਇਆ। ਭਾਗੀ ਪਾਇਆ ਗੁਰ ਬੜ ਭਾਗੀ ਪਾਇਆ। ਗੁਰ ਬੜ ਭਾਗੀ ਪਾਇਆ ਐਸਾ ਗੁਰ ਬੜ ਭਾਗੀ ਪਾਇਆ। ਭਾਗੀ ਪਾਇਆ ਉਹਦੇ ਮਾਰਗ ਜਿਨੈ ਬਤਾਇਆ ਉਹਦੇ ਮਾਰਗ ਜਿਨੈ ਬਤਾਇਆ। ਮਾਰਗ ਜਿਨੈ ਬਤਾਇਆ ਉਹਦੇ ਮਾਰਗ ਜਿਨੈ ਬਤਾਇਆ। ਗੁਰ ਬੜ ਭਾਗੀ ਪਾਇਆ ਐਸਾ ਗੁਰ ਬੜ ਭਾਗੀ ਪਾਇਆ। ਗੁਰ ਬੜ ਭਾਗੀ ਪਾਇਆ ਗੁਰ ਬੜ ਭਾਗੀ ਪਾਇਆ। ਭਾਗੀ ਪਾਇਆ ਗੁਰ ਬੜ ਭਾਗੀ ਪਾਇਆ। ਭਾਗੀ ਪਾਇਆ ਭਾਗੀ ਪਾਇਆ। ਐਸਾ ਗੁਰ ਬੜ ਭਾਗੀ ਪਾਇਆ। ਭੁੱਲੇ ਮਾਰਗ ਜਿਨੈ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ। ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ। ਭੁੱਲਿਆਂ ਨੂੰ
ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ ਭੁੱਲਿਆ ਮਾਰਗ ਪਾਵੇ ਮੇਰਾ ਭੁੱਲਿਆਂ ਨੂੰ ਮਾਰਗ ਪਾਵੇ ਭੁੱਲਿਆਂ ਨੂੰ ਮਾਰਗ ਪਾਵੇ ਨੂੰ ਮਾਰਗ ਪਾਵੇ ਭੁੱਲਿਆਂ ਨੂੰ ਮਾਰਗ ਪਾਵੇ ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ ਭੁੱਲਿਆਂ ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ ਭੁੱਲਿਆਂ ਐਸਾ ਗੁਰ ਬੜ ਭਾਗੀ ਪਾਇਆ ਐਸਾ ਗੁਰ ਬੜ ਭਾਗੀ ਪਾਇਆ ਐਸਾ ਗੁਰ ਬੜ ਭਾਗੀ ਪਾਇਆ ਭਾਗੀ ਪਾਇਆ ਐਸਾ ਗੁਰ ਬੜ 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 ਭਾਗੀ ਪਾਇਆ ਗੁਰ ਬੜ ਭਾਗੀ ਪਾਇਆ ਐਸਾ ਗੁਰ ਬੜ ਭਾਗੀ ਪਾਇਆ ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ ਭੁੱਲਿਆਂ ਭੁੱਲਿਆਂ ਨੂੰ ਮਾਰਗ ਪਾਵੇ ਗੁਰੂ ਮੇਰਾ ਭੁੱਲਿਆਂ ਮਾਰਗ ਪਾਵੇ ਗੁਰੂ ਮੇਰਾ ਭੁੱਲਿਆਂ ਮਾਰਗ ਪਾਵੇ ਸਤਿਗੁਰ ਭੁੱਲਿਆਂ ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਗੁਰੂ ਖਾਲਸਾ ਸਤ ਸੰਗਤ ਜੀਓ, ਆਓ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ ਕਿ ਹਰ ਮਹੀਨੇ ਦੀ ਤਰ੍ਹਾਂ ਮੱਸਿਆ ਦਾ ਦਿਹਾੜਾ ਤੇ ਅੱਜ ਬੰਦੀ ਛੋੜ ਦਿਵਸ ਵੀ ਹੈ, ਜਿਹਨੂੰ ਆਪਾਂ ਦੀਵਾਲੀ ਦੇ ਤੌਰ ਤੇ ਮਨਾਉਂਦੇ ਆ। ਅੱਜ ਦੇ ਦਿਨ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਾਂ ਹਰ ਮਹੀਨੇ ਨਤਮਸਤਕ ਹੁੰਦੇ। ਮਹਾਂਪੁਰਖਾਂ ਨੇ ਇਹ ਬਹਾਨਾ ਬਣਾਇਆ ਹੋਇਆ ਹੈ ਕਿ ਸੰਗਤਾਂ ਜਿਹੜੀਆਂ ਨੇ ਕੁਝ ਸਮੇਂ ਬਾਅਦ ਸਤ ਸੰਗਤ ਕਰ ਲਿਆ ਕਰਨ। ਇੱਧਰ ਮੱਸਿਆ ਦਾ ਦਿਹਾੜਾ ਤੇ ਉੱਧਰਲੇ ਸਥਾਨ ਤੇ ਪੂਰਨਮਾਸ਼ੀ ਦਾ ਦਿਹਾੜਾ। ਇਹ ਕਿਸੇ ਨਾ ਕਿਸੇ ਬਹਾਨੇ ਜੀਵ ਜਿਹੜਾ ਚੱਲ ਕੇ ਸੰਗਤ ਵਿੱਚ ਆ ਜਾਂਦਾ ਹੈ। ਇੱਦਾਂ ਹੀ ਸੰਗਰਾਂਦ ਦਾ ਦਿਹਾੜਾ ਭਾਈ, ਇਹ ਸੰਗਤ ਕਰਨ ਦੇ ਬਹਾਨੇ ਹੈ, ਜਿਨ੍ਹਾਂ ਬਹਾਨਿਆਂ ਦੇ ਨਾਲ ਮਨੁੱਖ ਚੱਲ ਕੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਆ ਜਾਂਦਾ ਹੈ। ਨਹੀਂ ਤੇ ਆਪਾਂ ਵੇਖਦੇ ਹੀ ਆ ਕਲਯੁੱਗ ਦਾ ਪ੍ਰਭਾਵ ਹੈ, ਸੰਗਤ ਤੋਂ ਮਨੁੱਖ ਦੂਰ ਹੁੰਦਾ ਜਾ ਰਿਹਾ ਹੈ। ਉਹ ਸੰਗਤ ਜਿਹੜੀ ਹੈ ਪੈਰ ਪੈਰ ਤੇ ਹੈ, ਕੋ ਸੰਗਤ ਚੰਗੀ ਲੱਗਦੀ ਹੈ, ਸੰਗਤ ਮਾੜੀ ਲੱਗਦੀ ਹੈ।
ਕੁਸੰਗਤ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤੇ ਸੰਗਤ ਰੂਪੀ ਗੱਲਾਂ ਨੇ ਜਿਹੜੀਆਂ ਉਹ ਸੁਣਨ ਨੂੰ ਜੀ ਨਹੀਂ ਕਰਦਾ, ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ। ਜੇ ਕੁਸੰਗਤ ਕਰਨੀ ਹੋਵੇ ਫਿਰ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ। ਬਾਣੀ ਕਹਿੰਦੀ ਹੈ ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਚੰਗਾ ਕਰਮ ਕਰਨਾ ਹੋਏ ਆਲਸ ਘੇਰਾ ਪਾ ਲੈਂਦੀ ਏ। ਮਾੜੇ ਕਰਮ ਕਰਨ ਤਾਂ ਹੀ ਕਹਿੰਦੇ ਸ਼ੇਰ ਬਣ ਜਾਂਦਾ ਮਨੁੱਖ। ਅੰਦਰ ਚੰਗੇ ਸੰਸਕਾਰ ਪੈਦਾ ਹੋ ਜਾਣ, ਅੰਦਰ ਚੰਗੇ ਖਿਆਲਾਤ ਪੈਦਾ ਹੋ ਜਾਣ, ਅੰਦਰ ਚੰਗਿਆਈ ਭਰ ਜਾਵੇ। ਇਸੇ ਕਰਕੇ ਹੀ ਗੁਰੂਆਂ ਨੇ ਗੁਰਬਾਣੀ ਦਾ ਜਹਾਜ਼ ਜਿਹੜਾ ਸੀ ਉਹ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂਆਂ ਨੇ ਗੁਰਬਾਣੀ ਦਾ ਜਹਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ, ਇਹ ਬਾਣੀ ਦਾ ਜਹਾਜ਼ ਬਣਾਇਆ ਹੈ ਕਿ ਇਸ ਜਹਾਜ਼ੇ ਚੜ੍ਹ ਕੇ ਮਨੁੱਖ ਆਪਣੇ ਜੀਵਨ ਦੀਆਂ ਕੁਤਾਹੀਆਂ ਨੇ ਜਿਹੜੀਆਂ, ਜੀਵਨ ਦੀਆਂ ਊਣਤਾਈਆਂ ਨੇ ਜਿਹੜੀਆਂ, ਉਹਨਾਂ ਨੂੰ ਪੂਰਾ ਕਰ ਸਕਦਾ ਹੈ। ਅੰਦਰ ਜਿਹੜੇ ਵਿਕਾਰ ਨੇ ਬਾਣੀ ਦੁਆਰਾ ਮਨੁੱਖ ਉਹਨਾਂ ਵਿਕਾਰਾਂ ਨੂੰ ਦੂਰ ਕਰ ਸਕਦਾ ਹੈ। ਬਿਰਲੇ ਨੇ ਜਿਹੜੇ ਗੁਰਬਾਣੀ ਦੇ ਦੁਆਰਾ ਆਪਣੇ ਅੰਦਰਲੇ ਵਿਕਾਰਾਂ ਨੂੰ ਦੂਰ ਕਰਦੇ ਹੈ। ਬਾਣੀ ਤੇ ਗੁਰੂ ਸਾਹਿਬਾਨਾਂ ਨੇ ਰਚੀ ਉਹ ਵਿਕਾਰਾਂ ਨੂੰ ਦੂਰ ਕਰਨ ਵਾਸਤੇ ਹੈ। ਜਿਹੜੇ ਅਮਲ ਕਰ ਲੈਂਦੇ ਹੈ, ਜਿਹੜੇ ਗੁਰਬਾਣੀ ਦੁਆਰਾ ਆਪਣਾ ਜੀਵਨ ਢਾਲ ਲੈਂਦੇ ਹੈ, ਉਹਨਾਂ ਨੂੰ ਇਹ ਸਤਿਪੁਰਖ ਆਖਿਆ, ਉਹਨਾਂ ਨੂੰ ਆਪਾਂ ਮਹਾਂਪੁਰਖ ਕਹਿੰਦੇ ਹਾਂ। ਹੈ ਤੇ ਉਹ ਵੀ ਸਾਡੇ ਵਰਗੇ ਹੀ, ਉਹ ਵੀ ਸਾਡੇ ਵਾਂਗ ਹੀ ਸੰਸਾਰ ਤੇ ਆਏ ਹੈ, ਪਰ ਜਿਹੜੇ ਆਪਣੇ ਸਰੀਰ ਨੂੰ ਸਾਧ ਲੈਂਦੇ ਨੇ ਉਹਨੂੰ ਸਾਧੂ ਆਖੇ। ਫਿਰ ਜਿਹੜੇ ਸਤਿਪੁਰਖ ਹੁੰਦੇ ਨੇ ਉਹਨਾਂ ਦੀ ਕੋਈ ਨਿੰਦਾ ਨਹੀਂ ਸੁਣ ਸਕਦਾ। ਸੰਤ ਕੀ ਨਿੰਦਾ ਸੁਣੈ ਨਾ ਕਾਨ। ਜਿਹੜੇ ਭਲੇ ਪੁਰਸ਼ ਹੁੰਦੇ ਐ ਉਹ ਰੱਬ ਦੇ ਪਿਆਰਿਆਂ ਦੀ ਨਿੰਦਾ ਵੀ ਨਹੀਂ ਸੁਣ ਸਕਦੇ। ਕਰਨੀ ਤਾਂ ਇੱਕ ਪਾਸੇ, ਉਹ ਸੁਣ ਵੀ ਨਹੀਂ ਸਕਦੇ। ਜੀਵਨ ਬਦਲ ਜਾਂਦਾ ਹੈ ਜਿਹੜੇ ਸੰਗਤ ਕਰਦੇ। ਸੰਗਤ ਵਿੱਚ ਆਇਆ ਜੇ ਚੰਗੀ ਸੋਚ ਨਹੀਂ ਬਣੀ, ਆਉਣ ਦਾ ਕੀ ਫਾਇਦਾ ਹੈ। ਸੰਗਤ ਵਿੱਚ ਆਇਆ ਜੇ ਚੋਰੀਆਂ ਨਾ ਛੱਡੀਆਂ, ਫਿਰ ਆਉਣ ਦਾ ਕੀ ਫਾਇਦਾ ਹੈ। ਸੰਗਤ ਵਿੱਚ ਆਉਂਦੇ ਆ ਜੇ ਚੁਗਲੀ ਨਿੰਦਿਆ ਨਹੀਂ ਛੱਡੀ, ਫਿਰ ਕੀ ਫਾਇਦਾ ਹੈ। ਸੰਗਤ ਵਿੱਚ ਆ ਕੇ ਤੇ ਚੰਗੇ ਗੁਣ ਗ੍ਰਹਿਣ ਕਰਨੇ ਸੀ, ਉਹਨੇ ਗੁਣ ਨਹੀਂ ਗ੍ਰਹਿਣ ਕੀਤੇ, ਫਿਰ ਆਉਣ ਦਾ ਫਾਇਦਾ ਕੀ ਹੋਇਆ। ਇਹੀ ਤੇ ਸਾਡੇ ਮਹਾਂਪੁਰਖ ਸਾਨੂੰ ਸਮਝਾਉਂਦੇ ਹੈ ਵੀ ਭਾਈ ਭਲੇ ਪੁਰਸ਼ਾਂ ਦੀ ਸੰਗਤ ਕਰੋ। ਭਲੇ ਪੁਰਸ਼ਾਂ ਦੀ ਸੰਗਤ ਕਰਨ ਨਾਲ ਅੰਦਰ ਭਲਾਈ ਆ ਜਾਂਦੀ ਹੈ। ਚੰਗੇ ਕੋਲ ਖੜਾਂਗੇ ਚੰਗੇ ਗੁਣ ਗ੍ਰਹਿਣ ਕਰਨ ਨੂੰ ਮਿਲਦੇ ਹੈ। ਮਾੜਿਆਂ ਕੋਲ ਖੜਾਂਗੇ ਤੇ ਮਾੜੇ ਗੁਣ ਗ੍ਰਹਿਣ ਕਰਾਂਗੇ। ਸਿਆਣੇ ਕਹਿੰਦੇ ਨੇ ਵੀ ਜਿਹੋ ਜਿਹੀ ਸੰਗਤ ਹੈ ਉਹੋ ਜਿਹੀ ਰੰਗਤ ਚੜ੍ਹ ਜਾਂਦੀ ਹੈ, ਉਹੋ ਜਿਹੇ ਰੰਗ ਚੜ੍ਹ ਜਾਂਦਾ ਹੈ। ਭਲੇ ਪੁਰਸ਼ਾਂ ਕੋਲ ਖੜਾਂਗੇ ਭਲੇ ਬਣ ਜਾਵਾਂਗੇ। ਕਹਿੰਦੇ ਭਲੇ ਪੁਰਸ਼ਾਂ ਕੋਲ ਭਾਵੇਂ ਕੋਈ ਚੋਰ ਵੀ ਖੜਾ ਹੋਵੇ, ਉਹਨੂੰ ਅਗਲਾ ਭਲਾ ਹੀ ਸਮਝਣ ਲੱਗ ਜਾਂਦਾ ਵੀ ਭਲੇ ਪੁਰਖਾਂ ਦੀ ਸੰਗਤ ਵਿੱਚ ਖੜਾ ਹੈ, ਇਹ ਬੰਦਾ ਮਾੜਾ ਨਹੀਂ ਹੋ ਸਕਦਾ। ਭਾਵੇਂ ਮਾੜਾ ਹੀ ਹੋਵੇ, ਪਰ ਜੇ ਚੰਗਿਆਂ ਕੋਲ ਖੜਾ ਹੈ ਉਹਨੂੰ ਅਗਲਾ ਚੰਗਿਆਂ ਦੀ ਗਿਣਤੀ ਵਿੱਚ ਗਿਣ ਲੈਂਦਾ ਹੈ। ਭਾਵੇਂ ਚੰਗਾ ਹੈ ਜੇ ਮਾੜਿਆਂ ਵਿੱਚ ਖੜਾ ਹੈ, ਭਾਵੇਂ ਚੰਗਿਆਈ ਹੈ ਅੰਦਰ, ਮਾੜਿਆਂ ਕੋਲ ਖੜਾ ਬੰਦਾ ਮਾੜਾ ਹੀ ਵੱਜਣ ਲੱਗ ਜਾਂਦਾ ਹੈ। ਕੁਸੰਗੀ ਪੁਰਸ਼ ਦੀ ਸੰਗਤ ਕਰਕੇ ਮਨੁੱਖ ਕੁਸੰਗੀ ਬਣ ਜਾਂਦਾ ਹੈ। ਭਲੇ ਪੁਰਸ਼ਾਂ ਦੀ ਸੰਗਤ ਕਰਕੇ ਮਨੁੱਖ ਕੁਸੰਗੀ ਤੋਂ ਸਤਸੰਗੀ ਬਣ ਜਾਂਦਾ ਹੈ। ਇਹ ਆ ਜੀਵਨ ਦੀ ਤਬਦੀਲੀ ਜਿਹੜੀ ਗੁਰਬਾਣੀ ਦੁਆਰਾ ਸੇਧ ਲੈ ਕੇ ਮਹਾਂਪੁਰਖ ਸਾਨੂੰ ਸਮਝਾਉਂਦੇ ਆ। ਇਹ ਵਿਚਾਰਾਂ ਨੇ ਗੁਰਬਾਣੀ ਦੀਆਂ ਜਿਹੜੀਆਂ ਸਤਿਪੁਰਖ ਸਾਨੂੰ ਸਮਝਾਉਂਦੇ ਆ ਭਾਈ ਵੀ ਭਲੇ ਤੇ ਨੇਕ ਕਰਮ ਕਰੋ,
ਚੰਗੇ ਕਰਮ ਕਰੋ। ਚੰਗੇ ਕਰਮ ਨਾਲ ਇਨਸਾਨ ਦੇ ਚੰਗੇ ਬੀਜ ਬੀਜ ਜਾਂਦੇ ਆ ਜ਼ਿੰਦਗੀ ਵਿੱਚ। ਜਿਵੇਂ ਹੁਣ ਕਣਕ ਬੀਜੀ ਜਾਣੀ ਹੈ ਤੇ ਕਣਕ ਦੇ ਬੀਜ ਤੋਂ ਕਣਕ ਹੀ ਵੱਢੀ ਜਾਣੀ ਹੈ ਭਾਈ। ਆਲੂ ਬੀਜੇ ਜਾਣੇ ਤੇ ਆਲੂਆਂ ਤੇ ਆਲੂ ਹੀ ਪੈਦਾ ਹੋਣੇ ਹੈ। ਗੁਰਬਾਣੀ ਕਹਿੰਦੀ ਹੈ ਕਿੱਕਰਾਂ ਦੇ ਬੀਜ ਬੀਜ ਕੇ ਭਾਵਲਦਾ ਬਜੌਰ ਦੀਆਂ ਦਾਖਾਂ, ਇਹ ਤੈਨੂੰ ਪ੍ਰਾਪਤ ਨਹੀਂ ਹੋਣਾ। ਬੀਜ ਤੈਨੂੰ ਚੰਗੇ ਬੀਜਣੇ ਪੈਣਗੇ ਜੇ ਚੰਗੇ ਫਲਾਂ ਦੀ ਪ੍ਰਾਪਤੀ ਦੀ ਆਸ ਕਰਦਾ ਹੈ। ਜੇ ਤੂੰ ਚੰਗੇ ਫਲ ਲੋੜਦਾ ਹੈ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਭਾਲਦਾ ਹੈ, ਤੇ ਗੁਰੂ ਦੀ ਸੰਗਤ ਵਿੱਚ ਆਉਣਾ ਪਏਗਾ। ਗੁਰੂ ਤੋਂ ਸਿੱਖਿਆ ਲੈਣੀ ਪਏਗੀ, ਸਤਿਪੁਰਖਾਂ ਤੋਂ ਸਿੱਖਿਆ ਲੈਣੀ ਪਏਗੀ। ਸਤਿਪੁਰਖਾਂ ਦੀ ਸੰਗਤ ਕਰਕੇ ਬਚਨ ਕਰਿਆ ਕਰੀਏ ਮਹਾਂਪੁਰਖਾਂ ਨਾਲ। ਮਹਾਂਪੁਰਖੋ, ਕੋਈ ਐਸਾ ਵਚਨ ਜਿਹਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਏ, ਕੋਈ ਐਸਾ ਰਸਤਾ ਜਿਹੜੇ ਰਸਤੇ ਨਾਲ ਸਾਡਾ ਤੁਰਨਾ ਬਦਲ ਜਾਏ। ਚੰਗੇ ਰਸਤੇ ਦੀ ਸੇਧ ਲਈਏ, ਚੰਗੇ ਕਰਮਾਂ ਦੀ ਸੇਧ ਲਈਏ ਚੰਗਿਆਂ ਕੋਲੋਂ ਜਾ ਕੇ। ਮਨੁੱਖ ਜ਼ਿੰਦਗੀ ਵਿੱਚ ਸੁੱਖ ਭਾਲਦਾ, ਨਾ ਤੇ ਪੈਸੇ ਨੇ ਸੁੱਖ ਦੇਣਾ। ਇੱਥੋਂ ਤੱਕ ਕਿ ਬਾਣੀ ਤੇ ਵੀ ਕਹਿੰਦੀ ਹੈ ਵੀ ਧੀਆਂ ਪੁੱਤਰਾਂ ਨੇ ਵੀ ਸੁੱਖ ਨਹੀਂ ਦੇਣਾ। ਜਿਨ੍ਹਾਂ ਦੇ ਲਈ ਤੂੰ ਕੁਟੰਬ ਕਰਦਾ ਫਿਰਦਾ, ਜਿਨ੍ਹਾਂ ਲਈ ਤੂੰ ਠੱਗੀਆਂ ਮਾਰਦਾ, ਜਿਨ੍ਹਾਂ ਲਈ ਤੂੰ ਪਾਪ ਕਰਦਾ, ਕਿਸੇ ਨੇ ਤੈਨੂੰ ਸੁੱਖ ਨਹੀਂ ਦੇਣਾ। ਸੁੱਖ ਤੇ ਤੈਨੂੰ ਗੁਰੂ ਨੇ ਦੇਣਾ, ਗੁਰਬਾਣੀ ਨੇ ਦੇਣਾ। ਗੁਰੂ ਦੇ ਚਰਨਾਂ ਵਿੱਚ ਆ ਕੇ ਸੁੱਖ ਮਿਲ ਸਕਦਾ ਹੈ, ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਐ। ਸਾਰਿਆਂ ਸੁੱਖਾਂ ਦਾ ਦਾਤਾ ਹੈ। ਮੰਗਣਾ ਕਿਵੇਂ ਪਏਗਾ? ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਇਹ ਦਾਤਾ ਜੀ, ਅਸੀਂ ਤੁਹਾਡੇ ਦਰ ਦੇ ਭਿਖਾਰੀ ਹਾਂ, ਤੁਸੀਂ ਦਾਤਾਂ ਦੇਣ ਵਾਲੇ ਵੱਡੇ ਦਾਤੇ ਹੋ। ਕਿਰਪਾ ਕਰੋ ਜੀ, ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਭਿਖਾਰੀ ਬਣੀਏ, ਗੁਰੂ ਨਾਨਕ ਦੇ ਘਰ ਦੇ ਮੰਗਤੇ ਬਣੀਏ। ਤਾਈਓ ਤੇ ਸਾਨੂੰ ਬਾਣੀ ਬਾਰ-ਬਾਰ ਸਮਝਾਉਂਦੀ ਹੈ ਕਿ ਭਾਈ ਮੰਗਣ ਦੀ ਜਾਚ ਸਿੱਖ ਲਈਏ। ਉਹ ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਭਿਖਾਰੀ ਬਣ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਭਿਖਾਰੀ ਬਣ ਕੇ। ਬਣ ਕੇ ਬਈ ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ ਹੈ। ਮੰਗੀਏ ਭਿਖਾਰੀ ਬਣ ਕੇ।
ਬਣ ਕੇ ਪਿਆਰਿਆ ਮੰਗ ਲੈ ਭਿਖਾਰੀ ਬਣ ਕੇ ਭਿਖਾਰੀ ਬਣ ਕੇ ਸਤਿਗੁਰ ਸਾਰਿਆਂ ਸੁਖਾਂ ਦਾ ਮੰਗ ਲੈ ਭਿਖਾਰੀ ਬਣ ਕੇ ਸਤਿਗੁਰ ਸਾਰਿਆਂ ਸੁਖਾਂ ਦਾ ਮੰਗ ਲੈ ਭਿਖਾਰੀ ਬਣ ਕੇ ਸਾਰਿਆਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈਏ। ਕਹਿੰਦੇ ਉਹ ਸਾਰਿਆਂ ਦੇ ਸੁੱਖਾਂ ਦਾ ਦੇਣ ਵਾਲਾ ਹੈ ਦਾਤਾ, ਉਹਦੀ ਸ਼ਰਨ ਵਿੱਚ ਆ ਜਾਈਏ। ਉਹ ਪ੍ਰਮਾਤਮਾ ਉਹ ਦਾਤਾ ਜਿਹਦੇ ਦਰਸ਼ਨ ਕੀਤਿਆਂ ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਿਆ ਹਰ ਗਾਈਏ। ਜਿਹਦੇ ਦਰਸ਼ਨ ਕਰਨ ਦੇ ਨਾਲ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ ਤੇ ਜ਼ਿੰਦਗੀ ਦੇ ਦੁੱਖ ਨੇ ਜਿਹੜੇ ਉਹ ਦੂਰ ਹੁੰਦੇ ਆ। ਉਸ ਪਰਮਾਤਮਾ ਦੇ ਨਾਮ ਨੂੰ ਸਿਮਰੀਏ, ਉਹ ਹਰੀ ਰਸ ਸਿਮਰੀਏ, ਉਹ ਹਰੀ ਦਾ ਅੰਮ੍ਰਿਤ ਪੀਏ। ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ, ਗੁਰ ਪੂਰੇ ਕੀ ਸ਼ਰਨਾਈ। ਕਹਿੰਦੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਹਰੀ ਨਾਮ ਰਸ ਨੂੰ ਪੀਏ। ਆਪਣੇ ਮਹਾਂਪੁਰਖ ਪੜ੍ਹਦੇ ਹੁੰਦੇ ਆ ਧਾਰਨਾ, ਸਾਰੇ ਗੱਜ ਵਿੱਚ ਕੀ ਪੜ੍ਹੇ? ਪੀ ਲੈ ਸਖੀ ਪੀ ਲੈ ਸਖੀ ਪੀ ਲੈ ਸਖੀਏ, ਨਾਮ ਮਹਾਰਾਜ ਪੀ ਲੈ ਸਖੀਏ। ਪੀ ਲੈ ਸਖੀ ਪੀ ਲੈ ਸਖੀਏ, ਨਾਮ ਮਹਾਰਾਜ ਪੀ ਲੈ सखी पीला सखी पीला सखिए, नाम महाराज पीला सखिए। पीला सखी पीला सखी पीला सखिए, नाम महाराज सखी पीला सखी पीला सखिए। ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸ਼ਰਨਾਈ। ਤਿਸੈ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਪਾਈ। ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾ ਲਿਵ ਲਾਈ। ਬੇਨੰਤੀ ਕਰੀਏ, ਬੇਨਤੀ ਕਰੀਏ ਉਸ ਮਾਲਕ ਦੇ ਚਰਨਾਂ 'ਚ ਕਿ ਇਹ ਪ੍ਰਮਾਤਮਾ ਤੁਹਾਡੇ ਚਰਨਾਂ ਨਾਲ ਸਾਡੀ ਲਿਵ ਲੱਗ ਜਾਏ। ਤੁਹਾਡੇ ਚਰਨਾਂ ਦਾ ਸਾਨੂੰ ਸਹਾਰਾ ਮਿਲ ਜਾਏ। ਚਰਨਾਂ ਦਾ ਸਹਾਰਾ ਤੱਕਿਆ ਸੀ ਗਵਾਲੀਅਰ ਦੇ ਕਿਲੇ ਵਿੱਚ ਕੈਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ। ਜਿੰਨੇ ਵੀ ਕੈਦੀ ਸੀ ਤੇ ਸਾਧ ਸੰਗਤ ਮਹਾਰਾਜ ਦੇ ਦਰਸ਼ਨ ਕਰਕੇ ਸਾਰੇ ਆਪਣੇ ਆਪ ਨੂੰ ਸੁਖਾਲਾ ਜੀਵਨ ਸਮਝਦੇ ਸਨ, ਭਾਵੇਂ ਕੈਦ ਵਿੱਚ ਸਨ। ਪਰ ਜਦੋਂ ਤੋਂ ਗੁਰੂ ਹਰਗੋਬਿੰਦ ਮਹਾਰਾਜ ਗਵਾਲੀਅਰ ਦੇ ਕਿਲੇ ਦੀ ਕੈਦ ਵਿੱਚ ਚਲੇ ਗਏ,
ਉਸ ਤੋਂ ਬਾਅਦ ਸਾਰਿਆਂ ਦਾ ਜੀਵਨ ਸੁਖੀ ਹੋ ਗਿਆ ਸੀ। ਕੋਈ ਮੰਨਦਾ ਹੀ ਨਹੀਂ ਸੀ ਵੀ ਅਸੀਂ ਕੈਦ ਵਿੱਚ ਆ। ਸੰਗਤ ਕਰਨ ਦੇ ਨਾਲ ਉਹ ਕੈਦੀਆਂ ਦੇ ਜਿਹੜੇ ਦੁੱਖ ਸਨ, ਇੱਕ ਕੈਦ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਇੱਕ ਤੇ ਹੁੰਦਾ ਖੁੱਲ੍ਹਾ ਪੰਛੀ, ਇੱਕ ਪਿੰਜਰੇ ਵਿੱਚ ਰੱਖਿਆ ਹੁੰਦਾ ਪੰਛੀ। ਜਿਹੜਾ ਪਿੰਜਰੇ ਵਿੱਚ ਹੁੰਦਾ ਹੈ ਉਹ ਔਖਾ ਹੁੰਦਾ ਹੈ, ਤੇ ਜਿਹੜਾ ਬਾਹਰ ਹਵਾ ਦੇ ਵਿੱਚ ਘੁੰਮਦਾ ਹੀ ਰਹਿੰਦਾ ਹੈ, ਅਵਾਰਾ, ਜਿਹੜਾ ਖੁੱਲ੍ਹਾ ਪੰਛੀ ਹੁੰਦਾ, ਜਿਹਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ, ਆਜ਼ਾਦ ਪੰਛੀ, ਉਹ ਸਾਧ ਸੰਗਤ ਸੁਖੀ ਰਹਿੰਦਾ ਹੈ। ਹੁਣ ਇਹ ਕੈਦ ਵਿੱਚ ਸਨ, ਕੈਦ ਦਾ ਦੁੱਖ ਬੜਾ ਹੈ, ਪਰ ਜਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਮਿਲ ਗਈ ਤੇ ਸਾਧ ਸੰਗਤ ਇਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਗਏ। ਉਧਰੋਂ ਰਾਜਾ ਸੀ ਜਿਹੜਾ ਸਮੇਂ ਦਾ ਬਾਦਸ਼ਾਹ, ਜਿਹੜਾ ਇਸ ਗੱਲ ਨੂੰ ਬੜਾ ਫਖਰ ਮਹਿਸੂਸ ਕਰਦਾ ਸੀ, ਮੈਂ ਸਿੱਖਾਂ ਦਾ ਗੁਰੂ, ਜਿਹੜਾ ਗੁਰੂ ਨਾਨਕ ਦੀ ਗੱਦੀ ਦਾ 6ਵਾਂ ਵਾਰਸ, ਮੈਂ ਆਪਣੀ ਕੈਦ ਵਿੱਚ ਰੱਖਿਆ ਹੋਇਆ। ਪਰ ਪਿਆਦੇ ਸੁੱਖਾਂ ਦੀ ਨੀਂਦ ਨਹੀਂ ਸੀ ਸੌਂਦਾ। ਤੇ ਸਾਧ ਸੰਗਤ ਗੁਰੂ ਨਾਨਕ ਦੇ ਘਰ ਦੇ ਸਿੱਖ ਜਿਹੜੇ ਸਨ, ਕਹਿੰਦੇ ਉਹ ਭਿਆਨਕ ਡਰਾਵਣੇ ਰਾਤ ਨੂੰ ਸੀਨ ਵਗੈਰਾ ਬਣਾ ਕੇ, ਕਹਿੰਦੇ ਉਸ ਸਮੇਂ ਦੇ ਬਾਦਸ਼ਾਹ ਨੂੰ ਕਹਿੰਦੇ ਨੀਂਦ ਨਹੀਂ ਸੀ ਆਉਣ ਦਿੰਦੇ। ਉਹ ਭਬਕ ਕੇ ਉੱਠਦਾ ਹੁੰਦਾ ਸੀ, ਡਰ ਕੇ ਉੱਠਦਾ ਹੈ। ਤੇ ਸਾਧ ਸੰਗਤ ਤੇ ਫਿਰ ਪਤਾ ਕਰਦਾ ਵੀ ਮੈਨੂੰ ਜਿਹੜੇ ਸੁਪਨੇ ਆਉਂਦੇ ਆ, ਮੈਨੂੰ ਡਰਾਇਆ ਜਾਂਦਾ ਹੈ ਰਾਤ ਨੂੰ, ਵੀ ਇਹ ਕਾਰਨ ਕੀ ਹੈ। ਇਹ ਪੁੱਛਦਾ ਫਿਰਦਾ ਆਪਣੇ ਅਹਿਲਕਾਰਾਂ ਨੂੰ, ਆਪਣੇ ਟਹਿਲੂਆਂ ਦੀ ਡਿਊਟੀ ਲਾਉਂਦਾ ਰਾਜਾ। ਤੇ ਸਾਧ ਸੰਗਤ ਕਹਿੰਦੇ ਫਿਰ ਪਤਾ ਲੱਗਿਆ ਵੀ ਤੂੰ ਕਿਸੇ ਰੱਬੀ ਰੂਹ ਨੂੰ, ਰੱਬ ਰੰਗੀ ਰੂਹ ਨੂੰ ਤੰਗ ਕੀਤਾ ਹੋਇਆ, ਕੈਦ ਵਿੱਚ ਰੱਖਿਆ ਹੋਇਆ। ਇਹ ਉਹਦੇ ਕਰਕੇ ਆ ਸਾਰਾ ਕੁਝ ਜਿਹੜਾ ਤੇਰੇ ਨਾਲ ਹੋ ਰਿਹਾ। ਇਹ ਜਾਣਦਾ ਸੀ ਵੀ ਰੱਬੀ ਰੂਹ ਕੌਣ ਹੈ, ਪਤਾ ਸੀ। ਤੇ ਸਾਧ ਸੰਗਤ ਉਸੇ ਦਿਨ ਪ੍ਰਣ ਕਰ ਲਿਆ ਵੀ ਅੱਜ ਤੋਂ ਬਾਅਦ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਕੈਦ ਵਿੱਚੋਂ ਛੱਡਾਂਗਾ। ਸਿਪਾਹੀ ਭੇਜ ਦਿੱਤੇ, ਜਾਓ ਸੁਨੇਹਾ ਲਾ ਦਿਓ ਵੀ ਅੱਜ ਤੁਹਾਡੀ ਰਿਹਾਈ ਹੋ ਜਾਣੀ ਹੈ। ਅੱਜ ਤੋਂ ਬਾਅਦ ਤੁਹਾਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰ ਦਿੱਤਾ ਜਾਣਾ ਹੈ। ਮਹਾਰਾਜ ਕਹਿਣ ਲੱਗੇ ਇਕੱਲੇ ਨਹੀਂ ਜਾਂਦੇ, ਅੱਜ ਜਿੰਨੇ ਨਾਲ ਦੇ ਕੈਦੀ ਹੈ ਸਾਰਿਆਂ ਨੂੰ ਰਿਹਾ ਕਰਾ ਕੇ ਫਿਰ ਜਾਵਾਂਗੇ। ਜਾਓ ਤੁਹਾਡੇ ਰਾਜੇ ਨੂੰ ਕਹਿ ਦਿਓ, ਬਾਦਸ਼ਾਹ ਨੂੰ ਕਹਿ ਦਿਓ। ਬਾਦਸ਼ਾਹ ਬੜਾ ਚਾਲਬਾਜ਼ ਸੀ। ਤੇ ਸਾਧ ਸੰਗਤ ਕਹਿੰਦੇ ਨਾਲ ਤੇ ਡਰਦਾ, ਜੇ ਹੁਣ ਹੁਕਮ ਮੰਨਦਾ ਫਿਰ ਵੀ ਡਰਦਾ ਵੀ ਇਹ ਜਿਹੜੇ ਕੈਦੀ ਨੇ ਮੈਨੂੰ ਵੱਧ ਛੱਡਣੇ ਪੈਣਗੇ। ਇਹਨੇ ਕਹਿੰਦੇ ਪ੍ਰਣ ਕਰ ਲਿਆ ਵੀ ਜਿੰਨੇ ਪੱਲਾ ਫੜ ਕੇ ਨਿਕਲ ਜਾਣਗੇ ਉਹਨਾਂ ਨੂੰ ਫਿਰ ਰਿਹਾ ਕਰ ਦਿਆਂਗੇ, ਵੀ ਜਿੰਨੇ ਤੁਹਾਡਾ ਪੱਲਾ ਫੜ ਕੇ ਨਿਕਲ ਜਾਣਗੇ ਉਹਨਾਂ ਨੂੰ ਰਿਹਾ ਕਰ ਦਿਆਂਗੇ। ਫਿਰ ਮਹਾਰਾਜ ਨੇ 52 ਕਲੀਆਂ ਵਾਲਾ ਚੋਲਾ ਸਵਾਇਆ। 52 ਹੀ ਰਾਜੇ ਸਨ। ਇਹ 22 ਧਾਰ ਦੇ ਰਾਜੇ ਸੀ ਜਿਹੜੇ ਉਸ ਸਮੇਂ ਦੀ ਗਵਾਲੀਅਰ ਦੀ ਕੈਦ ਵਿੱਚ ਬੰਦ ਕੀਤੇ ਹੋਏ ਸਨ। ਤੇ ਸਾਧ ਸੰਗਤ 52 ਕਲੀਆਂ ਵਾਲਾ ਚੋਲਾ ਸਵਾ ਕੇ ਮਹਾਰਾਜ ਨੇ ਫਿਰ ਇੱਕ ਇੱਕ ਕਲੀ ਫੜਾ ਦਿੱਤੀ। ਸਮੇਂ ਦਾ ਬਾਦਸ਼ਾਹ ਵੇਖਦਾ ਸੀ। ਤੇ ਸਾਧ ਸੰਗਤ ਇਹ ਫਿਰ 52 ਦੇ 52 ਰਾਜੇ ਮਹਾਰਾਜ ਦੇ ਇੱਕ ਇੱਕ ਕਲੀ ਫੜ ਕੇ ਕਹਿੰਦੇ ਬਾਹਰ ਆ ਗਏ ਸਨ। ਐਡੀ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਸਮੇਂ ਦੇ ਕੈਦੀ ਰਾਜਿਆਂ ਤੇ ਕੀਤੀ। ਅੱਜ ਤਾਈਓ ਆਪਾਂ ਬੰਦੀ ਛੋੜ ਦਿਵਸ ਵਜੋਂ ਮਨਾ ਰਹੇ ਹਾਂ ਉਹਨਾਂ ਦਾ ਦਿਹਾੜਾ। ਇਹ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਫਿਰ ਕਈ ਦਿਨਾਂ ਦਾ ਸਫ਼ਰ, ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਮਹਾਰਾਜ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਏ। ਅੱਜ ਦੇ ਦਿਨ ਆਏ ਸਨ। ਫਿਰ ਸੰਗਤਾਂ ਨੇ ਖੁਸ਼ੀ ਦੇ ਵਿੱਚ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ, ਜਿਹਨੂੰ ਆਪਾਂ ਦੀਵਾਲੀ ਦਾ ਤਿਉਹਾਰ ਦਿੱਤਾ ਹੋਇਆ।